ਅਕਸਰ ਐਸਾ ਦੇਖਿਆ ਗਿਆ ਹੈ ਕਿ ਜਿਹੜੀਆਂ ਗੱਲਾਂ ਸਮੂਹ ਦੇ ਵਿੱਚ ਕਹੀਆਂ ਜਾਂਦੀਆਂ ਹਨ ਜਾਂ ਸਮੂਹ ਨੂੰ ਕਹੀਆਂ ਜਾਂਦੀਆਂ ਹਨ, ਉਹਨਾਂ ਦਾ ਵਿਅਕਤੀ 'ਤੇ ਅਸਰ ਘੱਟ ਹੁੰਦਾ ਹੈ, ਕਿਉਂਕਿ ਆਦਮੀ ਆਪਣੇ 'ਤੇ ਲਾਉਂਦਾ ਹੀ ਨਹੀਂ ਹੈ ਵੀ ਮੈਨੂੰ ਕਹੀ। ਇਸੇ ਕਾਰਨ ਹੀ ਸਤਿਪੁਰਖਾਂ ਦੇ ਉਪਦੇਸ਼ਾਂ ਦਾ ਘੱਟ ਅਸਰ ਹੁੰਦਾ ਹੈ ਮਨੁੱਖਾਂ 'ਤੇ। ਪਰ ਜਦੋਂ ਸਾਹਮਣੇ ਕਹੀ ਜਾਵੇ ਵਿਅਕਤੀਗਤ, ਉਦੋਂ ਚੋਟ ਵੀ ਜ਼ਿਆਦਾ ਲੱਗਦੀ ਹੈ। ਇਸ ਕਰਕੇ ਲੋਕ ਸੁਣਦੇ ਨਹੀਂ ਹਨ ਅਤੇ ਕਈ ਨਾਰਾਜ਼ ਵੀ ਹੋ ਜਾਂਦੇ ਹਨ। ਤਾਂ ਵੀ ਉਹਨਾਂ ਨੂੰ ਲਾਭ ਹੁੰਦਾ ਹੈ, ਤਾਂ ਕਿ ਸਮਝ ਵਿੱਚ ਤਾਂ ਆਈ ਨਾ, ਤਾਂ ਹੀ ਨਾਰਾਜ਼ ਹੋਏ। ਪਰ ਕਈਆਂ ਨੂੰ ਵਾਸਤਵਿਕ ਦੇ ਵਿੱਚ ਰਸਤਾ ਮਿਲ ਜਾਂਦਾ ਹੈ, ਇਸ ਆਸ ਦੇ ਵਿੱਚ ਉਹਨਾਂ ਨੂੰ ਕਹੀ ਜਾਂਦੀ ਹੈ। ਜਿਵੇਂ ਇਹ ਬਲਵਿੰਦਰ ਸਿੰਘ ਜੀ ਹਨ, ਇਹ ਆਡੀਓ ਰਿਕਾਰਡਿੰਗ ਰਾਹੀਂ ਤੁਲਨਾ ਕਰਦੇ ਰਹਿੰਦੇ ਹਨ ਜਿਨ੍ਹਾਂ ਦੀ ਇਹਨਾਂ ਨੇ ਪਿੱਛੇ ਸੰਗਤ ਕੀਤੀ ਸੀ। ਵੀ ਉਹ ਵੀ ਐਸਾ ਹੀ ਕਹਿੰਦੇ ਸਨ ਜੈਸਾ ਤੁਸੀਂ ਕਹਿ ਰਹੇ ਹੋ। ਇਹਨਾਂ ਨੂੰ ਗੱਲ ਸਮਝ ਵਿੱਚ ਨਹੀਂ ਨਾ ਆਈ ਹੈ ਵੀ ਪਿਛਲਾ ਛੱਡਣਾ ਹੈ, ਤੇ ਆਪਣੇ ਤੇ ਲਾ ਹੀ ਨਹੀਂ ਰਹੇ। ਫਿਰ ਤੁਲਨਾ ਕਰ ਰਹੇ ਹਨ ਵੀ ਜੈਸਾ ਉਹ ਕਹਿੰਦੇ ਸਨ ਨਾ, ਵੈਸਾ ਹੀ ਤੁਸੀਂ ਕਹਿ ਰਹੇ ਹੋ। ਤੇ ਤੁਲਨਾ ਤੁਸੀਂ ਅਗਰ ਕਰਦੇ ਰਹੋਗੇ ਨਾ, ਕਈ ਗੱਲਾਂ ਐਸੀਆਂ ਵੀ ਹੋਣਗੀਆਂ ਜਿਹੜੀਆਂ ਉਹਨਾਂ ਦੇ ਨਾਲ ਤਾਲਮੇਲ ਨਾ ਖਾਂਦੀਆਂ ਹੋਈਆਂ। ਕਈ ਐਸੀਆਂ ਵੀ ਹੋਣਗੀਆਂ ਜਿਹੜੀਆਂ ਉਹਨਾਂ ਦੇ ਵਿਰੁੱਧ ਹੋਣਗੀਆਂ। ਫਿਰ ਕੀ ਕਰੋਗੇ? ਐਸਾ ਹੋਵੇਗਾ, ਕਿਸੇ ਦਾ ਕਿਸੇ ਨਾਲ ਤਾਲਮੇਲ ਥੋੜ੍ਹੀ ਹੁੰਦਾ ਹੈ। ਅਜੇ ਤੱਕ ਤੇ ਹੋਇਆ ਹੀ ਨਹੀਂ, ਹੋ ਸਕਦਾ ਵੀ ਨਹੀਂ। ਜਿੰਨੇ ਵੀ ਸਤਿਪੁਰਸ਼ ਹੋਏ ਹਨ, ਹੁਣ ਤੁਸੀਂ ਬਾਬੇ ਨਾਨਕ ਤੋਂ ਲੈ ਕੇ ਜੋ 10 ਗੁਰੂ ਹੋਏ ਹਨ, ਉਹਨਾਂ ਵਿੱਚ ਤਾਲਮੇਲ ਬਿਠਾ ਕੇ ਦੇਖ ਲਓ, ਬੈਠਦਾ ਹੀ ਨਹੀਂ। ਬਾਹਰੋਂ ਵੀ ਫਰਕ ਹੈ ਅਤੇ ਉਹਨਾਂ ਦੇ ਉਪਦੇਸ਼ਾਂ ਵਿੱਚ ਵੀ ਫਰਕ ਹੈ। ਅਮਰੀਕੀ ਨਾਲ ਨਾ ਸਮਝੋ ਤੁਸੀਂ, ਵੱਖਰੀ ਗੱਲ ਹੈ, ਫਰਕ ਹੈ। ਦੋ ਇੱਕੋ ਜਿਹੇ ਹੁੰਦੇ ਨਹੀਂ ਹਨ, ਪਰਮਾਤਮਾ ਬਣਾਉਂਦਾ ਨਹੀਂ ਹੈ, ਜਿਸ ਕਰਕੇ ਤਾਲਮੇਲ ਬੈਠਦਾ ਹੀ ਨਹੀਂ ਹੈ। ਭਾਵੇਂ ਸਮਕਾਲੀਨ ਵੀ ਕੋਈ ਜਾਗਰਤ ਪੁਰਸ਼ ਹੋਣ ਨਾ, ਉਹਨਾਂ ਦਾ ਵੀ ਤਾਲਮੇਲ ਨਹੀਂ ਬੈਠਦਾ ਹੈ। ਕਈ ਕਹਿ ਵੀ ਦਿੰਦੇ ਹਨ ਨਾ ਵੀ ਫਲਾਣੇ ਮਹਾਂਪੁਰਸ਼ ਵੀ ਤੁਹਾਡੇ ਵਾਂਗੂ ਹੀ ਗੱਲਾਂ ਕਰਦੇ ਹਨ। ਨਹੀਂ, ਕੁਛ ਐਸੀਆਂ ਹੋਣਗੀਆਂ ਜਿਹੜੀਆਂ ਉਹ ਨਹੀਂ ਕਰਦੇ। ਕੁਛ ਕੁ ਗੱਲਾਂ ਐਸੀਆਂ ਹੋਣਗੀਆਂ ਜਿਨ੍ਹਾਂ ਦਾ ਤਾਲਮੇਲ ਬੈਠ ਨਹੀਂ ਸਕਦਾ ਹੈ, ਵਿਰੋਧੀ ਵੀ ਹੋ ਸਕਦੀਆਂ ਹਨ। ਉੱਪਰੋਂ ਤੁਹਾਨੂੰ ਲੱਗਦਾ ਹੈ ਬਹੁਤਿਆਂ ਨੂੰ
ਪਰ ਗਹਿਰਾਈ 'ਚ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਕਿਸੇ ਦਾ ਵੀ ਤਾਲਮੇਲ ਬੈਠ ਥੋੜ੍ਹੀ ਸਕਦਾ ਹੈ। ਹੁਣ ਤੁਹਾਡਾ ਤਾਲਮੇਲ ਕਿਸੇ ਨਾਲ ਬੈਠਦਾ ਹੈ? ਤੁਸੀਂ ਸਾਰੇ ਸੁਣਨ ਵਾਲੇ ਜਿੰਨੇ ਵੀ ਸਾਰੇ ਅਲੱਗ-ਅਲੱਗ ਹੋ। ਅਗਰ ਤੁਸੀਂ ਇੱਥੇ ਆਓ ਤੁਹਾਨੂੰ ਅਲੱਗ-ਅਲੱਗ ਢੰਗ ਨਾਲ ਦੱਸਿਆ ਜਾਵੇਗਾ। ਫਿਰ ਤੁਸੀਂ ਕਹੋਗੇ ਵੀ ਫਲਾਣੇ ਨੂੰ ਇੱਦਾਂ ਦੱਸਿਆ, ਮੈਨੂੰ ਇੱਦਾਂ ਕਿਉਂ ਦੱਸਿਆ? ਮੈਂ ਕਹੂੰਗਾ ਤਾਲਮੇਲ ਹੀ ਨਹੀਂ ਬੈਠਦਾ ਤੁਹਾਡਾ। ਉਹਨੂੰ ਉਹ ਸਾਧਨਾ ਠੀਕ ਹੈ, ਤੈਨੂੰ ਇਹ ਸਾਧਨਾ ਠੀਕ। ਤੇਰਾ ਮਨ ਇਸ ਢੰਗ ਦੇ ਨਾਲ ਸਾਧਿਆ ਜਾਵੇਗਾ, ਉਹਦਾ ਮਨ ਉਸ ਢੰਗ ਨਾਲ ਸਾਧਿਆ ਜਾਵੇਗਾ, ਕਿਉਂਕਿ ਮਨ ਅਲੱਗ-ਅਲੱਗ ਹਨ। ਤਾਲਮੇਲ ਬੈਠਦਾ ਹੀ ਨਹੀਂ ਅਤੇ ਸਾਧਨਾ ਇੱਕੋ ਜਿਹੀ ਕਿਵੇਂ ਹੋ ਸਕਦੀ? ਅਤੇ ਕਿਸੇ ਵੀ ਵਿਅਕਤੀ ਦਾ ਆਮ ਸਾਧਾਰਣਤਾ ਹੀ ਵੀ ਤਾਲਮੇਲ ਨਹੀਂ ਬੈਠਦਾ, ਅਤੇ ਜਿਹੜੇ ਬੁੱਧ ਪੁਰਸ਼ ਹਨ ਉਹਨਾਂ ਦਾ ਕਿਵੇਂ ਬੈਠੂਗਾ? ਬੈਠਦਾ ਨਹੀਂ। ਇਸੇ ਕਰਕੇ ਕਿਹਾ ਜਾਂਦਾ ਹੈ ਵੀ ਪੁਰਾਣਿਆਂ ਨੂੰ ਛੱਡੋ। ਫਿਰ ਜ਼ਿਆਦਾ ਪੁਰਾਣਿਆਂ ਨਾਲ ਤਾਂ ਜਮਾਂ ਹੀ ਨਹੀਂ ਬੈਠੇਗਾ। ਇਸੇ ਕਾਰਨ ਹੀ ਕਈ ਜਿਹੜੇ ਧਾਰਮਿਕ ਲੋਕ ਹਨ ਉਹ ਨਾਰਾਜ਼ ਹੋ ਜਾਂਦੇ ਹਨ ਵੀ ਬਾਬੇ ਨਾਨਕ ਨੇ ਐਸਾ ਕਿਹਾ ਹੀ ਨਹੀਂ। ਹੁਣ ਉਸ ਸਮੇਂ ਨਾ ਕਿਹਾ ਹੋਊਗਾ, ਉਸ ਸਮੇਂ ਬਿਮਾਰੀ ਨਾ ਹੋਊਗੀ ਤਾਂ ਉਹਨਾਂ ਨੇ ਨਹੀਂ ਕਿਹਾ। ਹੁਣ ਇਹ ਬਿਮਾਰੀ ਹੈ ਤਾਂ ਹੁਣ ਕਹਿਣਾ ਪਊਗਾ। ਪਰ ਉਹ ਪਿਛਲਿਆਂ ਨੂੰ ਪੜ੍ਹਿਆ ਹੋਇਆ ਹੈ ਨਾ, ਲਿਖਿਆ ਨਹੀਂ ਹੈ ਕਿਤੇ ਜੋ ਤੁਸੀਂ ਕਿਹਾ ਹੈ। ਉਹ ਪੁਰਾਣੇ ਸਮਿਆਂ 'ਚ ਲਿਖਿਆ ਸੀ, ਪੁਰਾਣਿਆਂ ਨੂੰ ਕਿਹਾ ਸੀ। 500 ਸਾਲ ਬੀਤ ਗਏ ਹਨ, ਬਹੁਤ ਕੁਛ ਨਵਾਂ ਪੈਦਾ ਹੋ ਗਿਆ ਸੰਸਾਰ 'ਚ। ਨਵੀਆਂ ਬਿਮਾਰੀਆਂ ਪੈਦਾ ਹੋ ਗਈਆਂ, ਤੁਸੀਂ ਦੇਖ ਨਹੀਂ ਰਹੇ ਹੋ। ਸਰੀਰਕ ਬਿਮਾਰੀਆਂ ਨਵੀਆਂ ਪੈਦਾ ਹੋਈ ਜਾਂਦੀਆਂ ਹਨ ਅਤੇ ਮਾਨਸਿਕ ਜ਼ਿਆਦਾ ਹੋਰ ਵੀ ਤੇਜ਼ੀ ਨਾਲ ਪੈਦਾ ਹੁੰਦੀਆਂ ਹਨ। ਅਤੇ ਗਾਹਾਂ ਤੋਂ ਗਾਹਾਂ ਨਵੀਆਂ ਔਸ਼ਧੀਆਂ ਖੋਜਦੇ ਰਹਿੰਦੇ ਹਨ ਸਤਿਪੁਰਸ਼। ਜਿਵੇਂ ਜਿਵੇਂ ਬਿਮਾਰੀਆਂ ਪੈਦਾ ਹੁੰਦੀਆਂ, ਜਿਵੇਂ ਸਰੀਰ ਦੀਆਂ ਪੈਦਾ ਹੁੰਦੀਆਂ, ਨਵੀਆਂ ਦਵਾਈਆਂ ਕੱਢਣੀਆਂ ਪੈਂਦੀਆਂ। ਇੱਦਾਂ ਹੀ ਮਾਨਸਿਕ ਬਿਮਾਰੀਆਂ ਵੀ ਨਵੀਆਂ ਹੀ ਹਨ ਅਤੇ ਨਵੇਂ ਢੰਗ ਦੇ ਨਾਲ ਦੱਸਣਾ ਪਊਗਾ। ਅਤੇ ਜਿਨ੍ਹਾਂ ਨੇ ਪੁਰਾਣਿਆਂ ਨੂੰ ਫੜਿਆ ਹੈ ਉਹ ਕਹਿਣਗੇ ਵੀ ਪੁਰਾਣਿਆਂ ਨੇ ਤਾਂ ਇਹ ਕਿਹਾ ਹੀ ਨਹੀਂ ਹੈ, ਕਿਉਂਕਿ ਉਹਨਾਂ ਦਾ ਪੁਰਾਣਿਆਂ ਨਾਲ ਮੋਹ ਹੈ। ਇਸ ਕਰਕੇ ਕਿਹਾ ਜਾਂਦਾ ਹੈ ਵੀ ਪੁਰਾਣਿਆਂ ਨੂੰ ਛੱਡੋ। ਅਗਰ ਤੁਸੀਂ ਵਾਸਤਵਿਕ ਦੇ ਵਿੱਚ ਗੱਲ ਸਮਝਣੀ ਹੈ। ਸਮਝ ਵਿੱਚ ਵੀ ਤਾਂ ਹੀ ਆਊਗੀ ਜੇ ਤੁਸੀਂ ਹੁਣ ਮੌਜੂਦ ਹੋ ਕੇ ਸਮਝੋ। ਤੁਸੀਂ ਖਿਆਲ ਕਰੋ, ਤੁਹਾਡੀ ਗੱਲ ਖਿਆਲ ਵਿੱਚ ਨਹੀਂ ਆ ਰਹੀ ਹੈ, ਕਿਉਂਕਿ ਬਹੁਤ ਜ਼ਿਆਦਾ ਪ੍ਰਚਾਰ ਕਰਕੇ ਤੁਹਾਨੂੰ ਕੁਛ ਗੱਲਾਂ ਸਮਝਾ ਦਿੰਦੇ ਹਨ ਲੋਕ। ਇੱਕ ਤਾਂ ਹੈ ਸੰਸਾਰਿਕ ਪ੍ਰਚਾਰ, ਬਚਪਨ ਤੋਂ ਕਰਦੇ ਹਨ ਲੋਕ। ਬੱਚੇ ਨੂੰ ਕਹਿੰਦੇ ਹਨ ਵੀ ਕੀ ਬਣਨਾ ਹੈ ਸੰਸਾਰ ਦੇ ਵਿੱਚ। ਉਹ ਪਹਿਲਾਂ ਖਿਆਲ ਦੇ ਵਿੱਚ ਬਿਠਾਉਂਦੇ ਹਨ, ਪੜ੍ਹਾਈ ਕਰ, ਮਿਹਨਤ ਕਰ, ਅੱਗੇ ਦੇਖ ਫਿਊਚਰ ਵੱਲ, ਭਵਿੱਖ 'ਚ ਕੀ ਬਣਨਾ ਹੈ, ਅਤੇ ਦੌੜ ਤਾਂ ਕਾਮਯਾਬ ਹੋਏਗਾ। ਅਤੇ ਦੂਸਰੇ ਪਾਸੇ ਹਨ ਧਾਰਮਿਕ ਲੋਕ। ਉਹ ਕਹਿੰਦੇ ਹਨ ਵੀ ਪਿਛਲਿਆਂ ਨੂੰ ਯਾਦ ਰੱਖਿਓ, ਭੁੱਲ ਨਾ ਜਾਇਓ। ਜੇ ਭੁੱਲ ਗਏ ਫਿਰ ਤੁਸੀਂ ਧਾਰਮਿਕ ਨਹੀਂ ਹੋ। ਗੱਲ ਵੀ ਠੀਕ ਹੈ ਉਹਨਾਂ ਦੀ। ਅਗਰ ਤੁਸੀਂ ਪਿਛਲਾ ਖਿਆਲ ਭੁਲਾ ਦਿਓ ਸਾਰਾ ਹੀ ਧਾਰਮਿਕ, ਅਤੇ ਤੁਸੀਂ ਧਾਰਮਿਕ ਕਿੱਥੇ ਹੋ? ਸਿਮਰਤੀ ਕਰਕੇ ਧਾਰਮਿਕ ਹੋ ਨਾ। ਸਿਮਰਤੀ ਦੇ ਵਿੱਚ ਤੁਹਾਡੇ ਫੀਡ ਕੀਤਾ ਜਾਂਦਾ ਹੈ। ਧਾਰਮਿਕ ਲੋਕ ਪਿਛਲੀਆਂ ਗੱਲਾਂ ਸਭ ਫੀਡ ਕਰ ਦਿੰਦੇ ਹਨ, ਵਾਰ ਸੁਣਾ ਕੇ। ਇਸੇ ਕਰਕੇ ਜ਼ੋਰ ਲਾਉਂਦੇ ਹਨ ਬਚਪਨ ਦੇ ਵਿੱਚ ਇਤਿਹਾਸ ਸੁਣਾਓ ਬੱਚਿਆਂ ਨੂੰ, ਨਹੀਂ ਤਾਂ ਸਿੱਖੀ ਭੁੱਲ ਜਾਣਗੇ। ਜੇ ਸਿੱਖੀ ਭੁੱਲ ਗਏ ਤਾਂ ਫਿਰ ਸਿੱਖ ਰਹੇ ਹੀ ਨਹੀਂ, ਫਿਰ ਸਿੱਖ ਕਿਵੇਂ ਹੋਣਗੇ? ਇਸੇ ਕਰਕੇ ਕਿਹਾ ਵੀ ਜਾਂਦਾ ਹੈ ਨਾ, ਕਈਆਂ ਨੂੰ ਸਿੱਖੀ ਬਾਰੇ ਪਤਾ ਨਹੀਂ ਹੁੰਦਾ ਹੈ, ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਹਨ। ਦੂਸਰਾ ਕਹਿੰਦਾ ਸਿੱਖ ਹੀ ਨਹੀਂ। ਸਿੱਖ ਕਾਹਦਾ ਜੇ ਸਾਰਿਆਂ ਦੇ ਨਾਂ ਹੀ ਨਹੀਂ ਜਾਣਦਾ, ਗੁਰੂਆਂ ਦੇ, ਪਿਆਰਿਆਂ ਦੇ, ਜਿੰਨੇ ਵੀ ਹੋਏ ਹਨ।
ਇਤਿਹਾਸ ਨਹੀਂ ਜਾਣਦਾ ਫਿਰ ਸਿੱਖ ਥੋੜ੍ਹੀ। ਇਹਦਾ ਮਤਲਬ ਸਿਮਰਤੀ ਸਿੱਖ ਹੈ। ਤੋ ਯਾਦ ਰੱਖਣ ਵਾਸਤੇ ਕਹਿੰਦੇ ਹਨ ਵੀ ਪੁਰਾਣਿਆਂ ਨੂੰ ਯਾਦ ਰੱਖੋ, ਪਿੱਛੇ ਨੂੰ ਨਾ ਭੁੱਲਿਓ, ਪੁਰਖਾਂ ਨੂੰ ਯਾਦ ਰੱਖੋ। ਧਾਰਮਿਕ ਲੋਕ ਪਿੱਛੇ ਨੂੰ ਤੁਹਾਡੀ ਬਿਰਤੀ ਲੈ ਕੇ ਜਾਂਦੇ ਹਨ ਅਤੇ ਸੰਸਾਰੀ ਲੈ ਕੇ ਜਾਂਦੇ ਹਨ ਅੱਗੇ ਨੂੰ, ਅਤੇ ਇਹ ਆਦਤ ਬਣ ਜਾਂਦੀ ਹੈ ਤੁਹਾਡੀ। ਤੁਸੀਂ ਧਾਰਮਿਕ ਤਲ 'ਤੇ ਪਿਛਲਿਆਂ ਨਾਲ ਜੁੜੇ ਰਹਿੰਦੇ ਹੋ ਅਤੇ ਸੰਸਾਰ ਵਾਲੇ ਪੱਖ ਨੂੰ ਤੁਸੀਂ ਅੱਗੇ ਨੂੰ ਸੋਚਦੇ ਰਹਿੰਦੇ ਹੋ। ਅਤੇ ਇੱਥੇ ਕਿਹਾ ਜਾਂਦਾ ਹੈ ਵੀ ਦੋਵੇਂ ਪੱਖ ਹੀ ਛੱਡਣੇ ਹਨ, ਸੰਸਾਰ ਵਾਲਾ ਵੀ ਧਰਮ ਵਾਲਾ ਵੀ। ਇਹੋ ਕਿਹਾ ਜਾਂਦਾ ਹੈ ਨਾ ਵੀ ਨਾ ਤੁਸੀਂ ਅੱਗੇ ਨੂੰ ਦੇਖੋ ਭਵਿੱਖ ਵੱਲ ਨੂੰ, ਨਾ ਤੁਸੀਂ ਪਿੱਛੇ ਨੂੰ ਦੇਖੋ। ਅਗਰ ਤੁਸੀਂ ਪਿੱਛੇ ਨੂੰ ਵੀ ਦੇਖ ਰਹੇ ਹੋ ਫਿਰ ਤੁਸੀਂ ਜੋ ਹੁਣ ਕਿਹਾ ਜਾ ਰਿਹਾ ਹੈ ਸਮਝੋਗੇ ਥੋੜ੍ਹੀ। ਤੁਸੀਂ ਤਾਲਮੇਲ ਬਿਠਾਉਂਦੇ ਰਹੋਗੇ, ਵਿਚਾਰ ਦੇ ਤਲ 'ਤੇ ਥੋੜ੍ਹੀ ਸਮਝੋਗੇ ਤੁਸੀਂ ਜੋ ਕਿਹਾ ਜਾ ਰਿਹਾ। ਅਤੇ ਪਿਛਲਿਆਂ ਨੂੰ ਪਹਿਲਾਂ ਹਟਾਓਗੇ, ਪਿੱਛੋਂ ਬਿਰਤੀ ਨੂੰ ਛੱਡੋਗੇ। ਇਹੋ ਕਿਹਾ ਜਾਂਦਾ ਹੈ ਨਾ ਕਿ ਪਿਛਲਿਆਂ ਨੂੰ ਛੱਡੋ। ਛੁੱਟਦਾ ਤਾਂ ਕੁਝ ਵੀ ਨਹੀਂ ਹੈ। ਦੇਖੋ ਤੁਸੀਂ ਕਮਾਲ ਦੀ ਗੱਲ, ਜ਼ਿਆਦਾਤਰ ਸੁਣਨ ਵਾਲੇ ਸਿੱਖ ਹਨ ਅਤੇ ਭਾਵੇਂ ਕਹਿ ਵੀ ਰਹੇ ਹਨ ਇਹ ਵੀ ਧਰਮ ਨਾਲ ਨਹੀਂ ਜਾਂਦਾ ਹੈ, ਪਰ ਧਾਰਮਿਕ ਕਰਮ ਕਾਂਡ ਸਾਰੇ ਹੀ ਕਰ ਰਹੇ ਹਨ। ਤੁਸੀਂ ਸੋਚਿਓ ਥੋੜ੍ਹਾ ਜਿਹਾ, ਤੁਹਾਡੇ ਘਰਾਂ 'ਚ ਤੁਹਾਡੇ ਪਰਿਵਾਰਾਂ ਦੇ ਵਿੱਚ ਜੋ ਤੁਸੀਂ ਧਰਮ ਨੂੰ ਮੰਨਦੇ ਹੋ ਕੱਲ ਚੱਲਦਾ ਨਹੀਂ, ਕਰਦੇ ਹੋ ਨਾ ਸਾਰਾ ਕੁਛ ਵੈਸਾ ਹੀ, ਅੰਦਰੋਂ ਤਾਂ ਨਹੀਂ ਨਿਕਲਿਆ। ਤੁਸੀਂ ਤੇ ਆ ਪੁਰਾਣੇ ਜੋ ਮਹਾਂਪੁਰਸ਼ ਸਨ ਉਹਨਾਂ ਨੂੰ ਨਹੀਂ ਛੱਡ ਰਹੇ ਹੋ। ਅਤੇ ਧਰਮ ਕਰਮ ਕਿੱਥੇ ਨਿਕਲੇ ਹੋਣਗੇ। ਇਹ ਗੱਲਾਂ ਯਾਦ ਕਰਨ ਵਾਸਤੇ ਥੋੜ੍ਹਾ ਕਹਿਆ ਜਾਂਦੀਆਂ ਹਨ। ਇਹ ਵੀ ਇੱਕ ਸਮੱਸਿਆ ਹੈ। ਆਦਮੀ ਯਾਦ ਕਰ ਲੈਂਦਾ ਹੈ। ਬਲਵਿੰਦਰ ਸਿੰਘ ਨੇ ਕਿਹਾ ਹੈ ਨਾ, ਮੈਂ ਕੋਈ ਗਿਆਨੀ ਨਹੀਂ। ਮੈਂ ਕਹਿੰਦਾ ਤੁਸੀਂ ਗਿਆਨੀ ਬਣ ਬੈਠੇ ਹੋ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੈ। ਤੁਸੀਂ ਗਿਆਨ ਦੇ ਤਲ 'ਤੇ ਸਭ ਕੁਝ ਯਾਦ ਕਰੀ ਬੈਠੇ ਹੋ ਅਤੇ ਯਾਦ ਕਰ ਵੀ ਰਹੇ ਹੋ ਅੱਗੇ ਤੋਂ ਅੱਗੇ। ਹੁਣ ਯਾਦ ਕਰਕੇ ਕੀ ਕਰੋਗੇ ਸਾਰਾ ਕੁਛ। ਇਹ ਕਿਹਾ ਗਿਆ ਹੈ ਕਰਨ ਵਾਸਤੇ, ਯਾਦ ਕਰਨ ਵਾਸਤੇ ਥੋੜ੍ਹੀ ਵੀ ਧਰਮ ਨਹੀਂ ਅੱਗੇ ਜਾਊਗਾ। ਹੁਣ ਧਰਮ ਤੁਸੀਂ ਛੱਡ ਤੇ ਰਹੇ ਨਹੀਂ ਹੋ। ਆ ਜਿਹੜੇ ਮਹਾਂਪੁਰਸ਼ਾਂ ਨੂੰ ਮਿਲੇ ਹੋ ਪਿੱਛੇ, ਜਿਨ੍ਹਾਂ ਦੀਆਂ ਗੱਲਾਂ ਕਰਦੇ ਹੋ, ਇਹ ਵੀ ਤੁਹਾਡਾ ਧਰਮ ਹੀ ਬਣਿਆ ਹੈ ਪਿਛਲਾ। ਬਾਕੀ ਜਿਹੜੇ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਉਹ ਵੀ ਹੈ, ਉਹ ਵੀ ਨਹੀਂ ਛੁੱਟੇਗਾ ਛੇਤੀ, ਕਿਉਂਕਿ ਸਮਾਜ ਦੇ ਵਿੱਚ ਰਹਿਣਾ ਹੈ ਬੜਾ ਕਠਿਨ ਹੈ ਛੱਡਣਾ। ਗੱਲਾਂ ਕਰਨੀਆਂ ਸਿਖਾਲੀਆਂ ਹਨ ਅਤੇ ਸਮਾਜ 'ਚ ਰਹਿੰਦਿਆਂ ਹੋਇਆਂ ਤੁਸੀਂ ਧਰਮ ਕਰਮ ਛੱਡਣੇ ਬਹੁਤ ਕਠਿਨ ਹਨ। ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਥੋੜ੍ਹਾ ਬਾਹਰ ਆ ਕੇ ਤਾਂ ਹੋ ਸਕਦਾ ਹੈ ਸੰਭਵ ਹੋ, ਤਾਂ ਉਹ ਵੀ ਨਹੀਂ ਛੁੱਟ ਰਹੇ। ਅਤੇ ਯਾਦ ਕਰਨ ਨਾਲ ਥੋੜ੍ਹੀ ਵੀ ਤੁਸੀਂ ਸਭ ਕੁਝ ਯਾਦ ਕਰ ਲਓ, ਚੇਤੇ ਕਰ ਲਓ। ਤੁਸੀਂ ਤੇ ਇਹਦੇ ਨਾਲ ਬੁੱਧੀ ਤੁਹਾਡੀ ਭਰੀ ਜਾਵੇਗੀ, ਪਰ ਚੇਤਾ ਕੀਤਾ ਹੋਇਆ ਤੁਹਾਡੇ ਕੰਮ ਥੋੜ੍ਹੀ ਆਵੇਗਾ ਅੰਤ ਵੇਲੇ। ਖਿਆਲ ਵਿੱਚ ਰੱਖਿਓ, ਇਹ ਸਮਝ ਕੰਮ ਥੋੜ੍ਹੀ ਆਉਂਦੀ ਹੈ।
ਜਿਵੇਂ ਅੱਜ ਇਹ ਇੱਕ ਮਾਈ ਦਾ ਟੈਲੀਫੋਨ ਆਇਆ, ਜਿਹਨੂੰ ਕੁਛ ਦਿਨਾਂ ਤੋਂ ਬੁਖਾਰ ਸੀ ਤੇ ਉਹਨੇ ਚੈੱਕਅਪ ਕਰਾਇਆ ਹੋਵੇਗਾ। ਉਹਦੇ ਵਿੱਚ ਉਹਨੂੰ ਇਹ ਜੋ ਬਿਮਾਰੀ ਚੱਲ ਰਹੀ ਹੈ ਕੋਰੋਨਾ, ਉਹ ਦੱਸ ਦਿੱਤੀ ਤੇ ਉਹ ਰੋ ਰਹੀ ਹੈ। ਕਿਉਂ? ਡਰ ਪੈਦਾ ਹੋ ਗਿਆ ਨਾ ਵੀ ਇਹ ਬਿਮਾਰੀ ਵਾਲਾ ਬਚਦਾ ਨਹੀਂ। ਬੱਚਿਆਂ ਦਾ ਕੀ ਹੋਊ, ਪਰਿਵਾਰ ਦਾ ਕੀ ਹੋਊ, ਡਰ ਲੱਗਦਾ ਹੈ ਆਦਮੀ। ਜਦੋਂ ਤੰਦਰੁਸਤ ਹੁੰਦਾ ਹੈ ਉਦੋਂ ਖਿਆਲ ਵਿੱਚ ਨਹੀਂ ਆਉਂਦੀ ਹੈ ਗੱਲ ਆਦਮੀ ਨੂੰ। ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ ਨਾ, ਫਿਰ ਪਤਾ ਲੱਗਦਾ ਹੈ। ਵੱਡੇ ਵੱਡੇ ਸੂਰਮੇ ਵੀ ਹਾਰ ਜਾਂਦੇ ਹਨ। ਫਿਰ ਇਹ ਬਿਮਾਰੀ ਨਾਲ ਜਿਹੜਾ ਮਰਿਆ ਨਾ, ਉਹਦਾ ਵੀ ਸਨਮਾਨ ਨਹੀਂ ਹੁੰਦਾ ਹੈ। ਕੋਈ ਆਉਂਦਾ ਜਾਂਦਾ ਵੀ ਨਹੀਂ, ਘਰ ਦੇ ਵੀ ਦੂਰ ਰਹਿੰਦੇ ਹਨ। ਇਸ ਕਰਕੇ ਆਦਮੀ ਨੂੰ ਹੋਰ ਵੀ ਦੁੱਖ ਲੱਗਦਾ ਹੈ ਸੋਚ ਸੋਚ ਕੇ। ਫਿਰ ਇਹ ਕੁਛ ਸਮੇਂ ਤੂੰ ਸੁਣ ਰਹੀ ਹੈ, ਹੁਣ ਸੁਣ ਹੀ ਰਹੀ ਸੀ, ਕੀਤਾ ਤੇ ਕੁਝ ਵੀ। ਜੇ ਕਰਦੇ ਥੋੜ੍ਹੇ ਬਹੁਤੇ ਵਿਚਾਰ ਹਟਾਉਂਦੇ, ਬਾਹਰੋਂ ਧਿਆਨ ਹਟਦਾ, ਤਾਂ ਉਹਦਾ ਮਨ ਸ਼ਾਂਤ ਹੋਣਾ ਸੀ। ਫਿਰ ਅਗਰ ਕਿਸੇ ਦਾ ਸਰੀਰ ਵੱਲੋਂ ਹਟ ਜਾਵੇ ਧਿਆਨ, ਤੇ ਫਿਰ ਬਿਲਕੁਲ ਹੀ ਸ਼ਾਂਤੀ ਬਣੀ ਰਹਿੰਦੀ ਹੈ। ਕੋਈ ਵੀ ਬਿਮਾਰੀ ਆਈ ਜਾਵੇ ਜਾਈ ਜਾਵੇ, ਕਿਉਂਕਿ ਸਰੀਰ ਨਾਲ ਧਿਆਨ ਹੈ ਤਾਂ ਹੀ ਪਰੇਸ਼ਾਨੀ ਹੁੰਦੀ ਹੈ ਨਾ, ਮਰ ਨਾ ਜਾਵੇ। ਪਰ ਸਰੀਰ ਵੱਲੋਂ ਪਹਿਲਾਂ ਥੋੜ੍ਹੀ ਹਟੇਗਾ, ਪਹਿਲਾਂ ਬਾਹਰੋਂ ਹਟੇਗਾ। ਸੰਸਾਰ ਵੱਲੋਂ, ਆਪਣਿਆਂ ਵੱਲੋਂ, ਧਰਮ ਵੱਲੋਂ, ਸਾਰੇ ਪਾਸੇ ਤੋਂ ਧਿਆਨ ਹਟੇਗਾ। ਅੱਗੇ ਵੱਲੋਂ, ਪਿੱਛੇ ਵੱਲੋਂ। ਪਿੱਛੇ ਨੂੰ ਵੀ ਸਾਫ਼ ਕਰਨਾ ਪਵੇਗਾ, ਅੱਗੇ ਨੂੰ ਧਿਆਨ ਨਹੀਂ ਦੇਣਾ ਪਵੇਗਾ। ਅੱਗੇ ਨੂੰ ਵਾਸ਼ਨਾ ਹੈ, ਪਿੱਛੇ ਨੂੰ ਲੋਭ ਹੈ, ਪਿੱਛੇ ਨੂੰ ਵੀ ਛੱਡਣਾ ਪਵੇਗਾ। ਟੋਟਲ ਹੀ ਜਿਵੇਂ ਆਹ ਟੈਲੀਫੋਨ ਦੇ ਵਿੱਚ ਕਿਹਾ ਜਾਂਦਾ ਹੈ ਨਾ, ਜਦੋਂ ਇਹ ਭਰ ਜਾਵੇ, ਵੀ ਅਪਡੇਟ ਕਰ ਲਓ, ਭਾਵ ਕਿ ਅੱਜ ਦੀ ਡੇਟ ਤੋਂ ਪਿੱਛੇ ਸਭ ਕੁਝ ਸਾਫ਼ ਕਰ ਲਓ। ਮੈਂ ਵੀ ਇਹੋ ਹੀ ਕਹਿਣਾ। ਬਲਵਿੰਦਰ ਸਿੰਘ ਜੀ, ਅਪਡੇਟ ਕਰ ਲਓ, ਪਿਛਲਾ ਸਾਫ਼ ਕਰ ਲਓ। ਇਹ ਜੋ ਤੁਸੀਂ ਗਿਆਨ ਲਈ ਫਿਰਦੇ ਹੋ ਨਾ, ਇਹ ਸਭ ਕਚਰਾ ਹੈ, ਤੁਹਾਡੇ ਦਿਮਾਗ 'ਚ ਹੋਰ ਵੱਧਦਾ ਜਾਏਗਾ ਤੇ ਕਿਤੇ ਨਹੀਂ ਪਹੁੰਚਾਏਗਾ, ਤੁਹਾਨੂੰ ਚੱਕਰਾਂ 'ਚ ਪਾਏਗਾ। ਤੁਸੀਂ ਤਾਲਮੇਲ ਨਾ ਬਿਠਾਓ। ਇਹ ਕਵਿਤਾ ਦੁਆਰਾ ਬਹੁਤੇ ਉਪਦੇਸ਼ ਨਾ ਦਿਓ। ਨਾ ਸਮਝਾਓ। ਤੁਸੀਂ ਬਸ ਜੋ ਕਿਹਾ ਗਿਆ ਹੈ ਨਾ, ਉਹ ਕਰਨਾ ਸ਼ੁਰੂ ਕਰ ਦਿਓ। ਬਸ ਇਹ ਬੁੱਧੀ ਛੱਡਣੀ ਹੈ। ਭੌਤਿਕ ਗਿਆਨ ਥੋੜ੍ਹੀ ਤੁਹਾਨੂੰ ਭੌਜਲ ਪਾਰ ਕਰੇਗਾ। ਕਈ ਉਹ ਸੋਚ ਲੈਂਦੇ ਆ ਵੀ ਪਤਾ ਲੱਗ ਗਿਆ,
ਜਿਵੇਂ ਇਹ ਕਹਿ ਰਹੇ ਹਨ ਨਾ ਵੀ ਸਾਨੂੰ ਸਮਝ ਆਉਂਦੀ ਜਾਊਗੀ, ਜਿਵੇਂ ਜਿਵੇਂ ਤੁਸੀਂ ਸਮਝਾਉਂਦੇ ਜਾਓਗੇ। ਨਹੀਂ, ਮੈਂ ਸਮਝਾ ਨਹੀਂ ਰਿਹਾ ਹਾਂ। ਸਮਝ ਦੇ ਤਲ 'ਤੇ ਤੁਸੀਂ ਅਗਰ ਸਮਝ ਲਓਗੇ ਨਾ ਤੇ ਡੁੱਬੋਗੇ, ਇਹ ਪੱਕਾ ਹੈ, ਮੈਂ ਕਹਿ ਦਿੰਦਾ। ਇਹ ਗੱਲਾਂ ਸਮਝ ਦੇ ਤਲ 'ਤੇ ਸਮਝਣ ਵਾਲੀਆਂ ਨਹੀਂ ਹਨ। ਇਹ ਕਰਨ ਵਾਸਤੇ ਕਿਹਾ ਹੈ। ਬਾਬੇ ਨਾਨਕ ਨੇ ਵੀ ਕਰਨ ਵਾਸਤੇ ਕਿਹਾ ਸੀ, ਪਰ ਸਿੱਖ ਸਮਝ ਦੇ ਤਲ 'ਤੇ ਸਮਝ ਰਹੇ ਹਨ। ਗਿਆਨੀ ਬਣ ਬੈਠੇ ਹਨ, ਵਿਦਵਾਨ ਬਣ ਬੈਠੇ ਹਨ, ਬੜਾ ਲੈਕਚਰ ਦਿੰਦੇ ਹਨ, ਸ਼ਬਦਾਂ ਦੇ ਅਰਥ ਕਰ ਕਰਕੇ ਸਮਝਾਉਂਦੇ। ਉਹ ਸਿਰਫ ਸਮਝਾਉਣ ਵਾਸਤੇ ਹੀ ਥੋੜ੍ਹੀ ਕਿਹਾ ਸੀ, ਉਹਨਾਂ ਸਮਝਣ ਵਾਸਤੇ। ਉਹ ਤਾਂ ਉਹਨਾਂ ਨੇ ਵਾਸਤਵਿਕ ਦੇਖਿਆ ਸੀ ਸਾਰਾ ਕੁਝ, ਵੀ ਇਹ ਸਭ ਕੁਛ ਕੂੜ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਝੂਠ ਹੈ। ਦੇਖਿਆ ਸੀ ਉਹਨਾਂ ਨੇ। ਤੇ ਵਾਰ-ਵਾਰ ਕਿਹਾ ਹੈ ਨਾ ਕਿ ਝੂਠ ਹੈ, ਅਸੱਤ ਹੈ, ਮਿਥਿਆ ਹੈ। ਕਿੰਨੀ ਵਾਰਾਂ ਕਿਹਾ। ਉੱਦਾਂ ਹੀ ਥੋੜ੍ਹੀ ਕਿਹਾ ਵੀ ਇਹਦੇ ਨੂੰ ਧਿਆਨ ਹਟਾਉਣਾ, ਅਤੇ ਇਸ ਮਿਥਿਆ ਦੇ ਵਿੱਚ ਸਭ ਕੁਛ ਆ ਜਾਂਦਾ। ਫਿਰ ਜੋ ਪਿੱਛੇ ਲੰਘ ਗਿਆ ਉਹ ਤਾਂ ਜ਼ਿਆਦਾ ਮਿਥਿਆ ਹੋ ਗਿਆ। ਉਹਦੇ ਵਿੱਚ ਤਾਂ ਰਿਹਾ ਹੀ ਕੁਝ ਨਹੀਂ, ਲੰਘ ਹੀ ਗਿਆ। ਇੱਕ ਸਪਨਾ ਲੰਘ ਗਿਆ ਹੈ, ਇੱਕ ਆਇਆ ਨਹੀਂ ਹੈ। ਹੁਣ ਜਿਹੜਾ ਲੰਘ ਗਿਆ ਸਪਨਾ, ਤੁਸੀਂ ਉਹਦੇ ਬਾਰੇ ਸੋਚ ਰਹੇ, ਉਹ ਤਾਂ ਜ਼ਿਆਦਾ ਬੇਵਕੂਫੀ ਹੈ ਨਾ, ਵੱਡੀ ਬੇਵਕੂਫੀ ਹੈ। ਵੱਡੇ ਮੂਰਖ ਹਨ ਜ਼ਿਆਦਾ ਧਾਰਮਿਕ ਲੋਕ, ਉਹ ਪਿਛਲੇ ਸੁਪਨੇ ਬਾਰੇ ਸੋਚਦੇ ਰਹਿੰਦੇ ਹਨ। ਪਿੱਛੇ ਲੰਘ ਗਿਆ ਜਿਹੜਾ, ਉਹਦੀਆਂ ਕਥਾ ਕਹਾਣੀਆਂ ਲਿਖਦੇ ਰਹਿੰਦੇ ਹਨ। ਕੀ ਕਰ ਰਹੇ ਹਨ? ਇਹਨਾਂ ਨੂੰ ਸਮਝ ਵਿੱਚ ਕੋਈ ਗੱਲ ਆਉਂਦੀ ਨਹੀਂ ਬਾਬੇ ਨਾਨਕ ਦੀ। ਉਹ ਕਹਿ ਰਹੇ ਹਨ ਸਪਨਾ ਹੈ ਸਾਧੋ, ਇਹ ਜੱਗ ਸਪਨਾ। ਜਾਨੂੰ ਕਿਹਾ ਹੈ ਨਾ, ਜੈਸੇ ਸਪਨਾ ਰਹਿਣ ਕਾ ਤੈਸਾ ਇਹ ਸੰਸਾਰ। ਹੁਣ ਸਿੱਖਾਂ ਨੂੰ ਮੈਂ ਪੁੱਛਦਾ, ਅਗਰ ਇਹ ਸਪਨਾ ਹੈ, ਫਿਰ ਸਪਨੇ ਦੀਆਂ ਕਹਾਣੀਆਂ ਕਿਉਂ ਘੜ ਰਹੀ ਜਾਂਦੇ ਤੁਸੀਂ? ਕਿਉਂ ਸੰਭਾਲ ਸੰਭਾਲ ਕੇ ਸਪਨਾ ਜਿਹੜਾ ਲੰਘ ਹੀ ਚੁੱਕਿਆ ਹੈ, ਉਸ ਸੁਪਨੇ ਦੇ ਵਿੱਚ ਵੀ ਲੋਕਾਂ ਨੂੰ ਪਾਈ ਜਾਂਦੇ ਹੋ? ਪਿਛਲੇ ਸੁਪਨੇ 'ਚ ਕੁਛ ਅੱਗੇ ਸੁਪਨੇ ਦਿਖਾ ਰਹੇ ਹਨ ਸੰਸਾਰਿਕ ਲੋਕ, ਕੁਛ ਧਾਰਮਿਕ ਲੋਕ ਪਿਛਲੇ ਸੁਪਨਿਆਂ 'ਚ ਪਾ ਰਹੇ ਹਨ। ਪਿਛਲੇ ਸੁਪਨੇ ਵੀ ਛੱਡਣੇ ਆ। ਫਿਰ ਇਹ ਹੁਣ ਵਾਲਾ ਸੁਪਨਾ ਤੁਹਾਡਾ ਛੁੱਟੇਗਾ, ਖਿਆਲ ਵਿੱਚ ਰੱਖਿਓ। ਪਹਿਲਾਂ ਦੂਰ ਵਾਲੇ ਸੁਪਨੇ ਛੁੱਟਣਗੇ, ਫਿਰ ਨੇੜੇ ਵਾਲਾ ਛੁੱਟੇਗਾ ਨਾ। ਤੇ ਉਹਨਾਂ ਨੇ ਜੋ ਕਿਹਾ ਹੈ ਨਾ, ਇਹ ਵਾਸਤਵਿਕ ਹੈ। ਇਹ ਸਿਰਫ ਸਮਝਣ ਵਾਸਤੇ ਨਹੀਂ ਕਿਹਾ ਹੈ ਵੀ ਤੁਸੀਂ ਸਮਝਦਾਰੀ ਦੇ ਤਲ 'ਤੇ ਸਮਝ ਲਵੋ। ਖਿਆਲ ਵਿੱਚ ਰੱਖੋ ਤੇ ਕਿਸੇ ਨਾਲ ਤਾਲਮੇਲ ਨਾ ਬਿਠਾਓ। ਇਸ ਕਾਰਨ ਕਿਹਾ ਜਾਂਦਾ ਹੈ ਵੀ ਪਿਛਲਾ ਸਾਰਾ ਕੁਛ ਹੀ ਛੱਡੋ। ਧਰਮ, ਕਰਮ, ਗਿਆਨ, ਗਿਆਨ ਵੀ ਕਿਹਾ ਹੈ, ਉਹ ਵੀ ਵਿੱਚ ਹੀ ਆ ਜਾਵੇਗਾ। ਸਿਮਰਤੀ ਦੇ ਤਲ 'ਤੇ ਜੋ ਵੀ ਤੁਸੀਂ ਧਰਮ ਬਾਰੇ ਜਾਣਦੇ ਹੋ ਸਾਰਾ ਹੀ ਛੱਡੋ, ਤਾਂ ਸਾਫ਼ ਹੋਊਗੀ ਨਾ। ਖਾਲਿਸ ਹੀ ਕਰਨੀ ਹੈ ਤਾਂ ਹੀ ਖਾਲਸਾ ਹੋਊਗੀ, ਅਤੇ ਪਿਛਲੀ ਛੱਡੋਗੇ ਤਾਂ ਹੀ ਹੈ ਨਾ ਸ਼ੁੱਧ ਹੋਊ। ਅਤੇ ਸਾਰਾ ਹੀ ਛੱਡਣਾ ਹੈ। ਵਿਚਾਰ ਨਾ ਥੋੜ੍ਹੀ ਹੈ ਵੀ ਪਿਛਲੇ ਦੇ ਤਲ 'ਤੇ ਤੁਸੀਂ ਹੁਣ ਨੂੰ ਵਿਚਾਰੋ ਜੋ ਕਿਹਾ ਜਾ ਰਿਹਾ ਹੈ। ਨਹੀਂ, ਜੋ ਹੁਣ ਕਿਹਾ ਜਾ ਰਿਹਾ ਹੈ ਨਾ, ਉਹਨੂੰ ਤੁਸੀਂ ਬਿਲਕੁਲ ਸਾਹਮਣੇ ਬੈਠ ਕੇ ਸੁਣੋਗੇ ਵਰਤਮਾਨ ਦੇ ਵਿੱਚ। ਤੁਹਾਨੂੰ ਵਰਤਮਾਨ ਦੇ ਵਿੱਚ ਬੈਠਣ ਦੀ ਕਲਾ ਆ ਜਾਊਗੀ। ਬਸ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਹ ਸੁਣਨ ਦਾ ਇਹ ਲਾਭ ਹੋਵੇਗਾ। ਅਗਰ ਤੁਸੀਂ ਵਰਤਮਾਨ 'ਚ ਬੈਠ ਕੇ ਸਾਹਮਣੇ ਸੁਣੋਗੇ ਤਾਂ ਤੁਹਾਨੂੰ ਵਰਤਮਾਨ ਬੈਠਣ ਦੀ ਕਲਾ ਆ ਜਾਊਗੀ। ਫਿਰ ਸਮਝ ਵਿੱਚ ਵੀ ਜ਼ਿਆਦਾ ਆਵੇਗਾ, ਕਿਉਂਕਿ ਤੁਸੀਂ ਤਾਲਮੇਲ ਨਹੀਂ ਬਿਠਾਓਗੇ, ਵਿਚਾਰ ਨਹੀਂ ਕਰੋਗੇ। ਜਦੋਂ ਵਿਚਾਰ ਨਾ ਕਰੋਗੇ ਉਦੋਂ ਸਿੱਧਾ ਸਿੱਧਾ ਸੁਣੋਗੇ ਨਾ ਤੁਸੀਂ ਗੱਲ ਨੂੰ। ਜਦੋਂ ਤੁਸੀਂ ਵਿਚਾਰ ਕਰਦੇ ਹੋ ਉਦੋਂ ਸੁਣਦੇ ਥੋੜ੍ਹੀ ਹੋ ਤੁਸੀਂ। ਉਹ ਤਾਂ ਮਨ ਵਿਚਾਰ ਕਰ ਰਿਹਾ ਹੁੰਦਾ, ਤਾਲਮੇਲ ਬਿਠਾ ਰਿਹਾ ਵੀ ਕੀ ਠੀਕ ਹੈ, ਕੀ ਗਲਤ ਹੈ, ਕੀ ਇੱਦਾਂ ਕਿਹਾ, ਕੀ ਇੱਦਾਂ ਕਿਹਾ, ਫਲਾਣੇ ਨੇ ਇੱਦਾਂ ਕਿਹਾ, ਫਲਾਣੇ ਨੇ ਇਹ ਕਿਹਾ, ਉਹ ਕਿਹਾ। ਇਹ ਮਨ ਤੇ ਵਿਚਾਰਾਂ 'ਚ ਪਿਆ ਹੈ। ਜੋ ਕਿਹਾ ਗਿਆ ਹੈ ਉਹ ਤਾਂ ਵਿਚਾਰ ਦੇ ਤਲ 'ਤੇ ਪਤਾ ਨਹੀਂ ਕਿੱਥੇ ਦੀ ਕਿੱਥੇ ਪਹੁੰਚ ਗਿਆ। ਅਤੇ ਸੋਚ ਕੇ ਨਹੀਂ, ਵਿਚਾਰ ਕੇ ਨਹੀਂ, ਸਿਰਫ ਬੈਠ ਕੇ
ਧਿਆਨਸਥ ਸੁਣੋ। ਜਦੋਂ ਸਿੱਧਾ ਸੁਣੋਗੇ ਨਾ ਤੇ ਸਿੱਧੀ ਸਿੱਧੀ ਗੱਲ ਤੁਹਾਨੂੰ ਸਮਝ ਵਿੱਚ ਆਵੇਗੀ ਵੀ ਗੱਲ ਇਹੋ ਹੀ ਹੈ ਵੀ ਟੋਟਲ ਧਿਆਨ ਹਟਾਉਣਾ ਹੈ। ਪਿਛਲੇ ਵੀ ਸਾਰੇ ਛੱਡਣੇ ਹਨ, ਹੁਣ ਵਾਲੇ ਵੀ ਸਾਰੇ ਛੱਡਣੇ ਹਨ। ਹੁਣ ਵਾਲੇ ਨਾਲ ਵੀ ਕਿਸੇ ਨਾਲ ਤਾਲਮੇਲ ਨਹੀਂ ਬੈਠੇਗਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਹਿੰਦੇ ਹਨ ਨਾ ਵੀ ਇੱਕ ਬੇੜੀ 'ਤੇ ਹੀ ਸਵਾਰ ਹੋ ਕੇ ਤੁਸੀਂ ਜਾ ਸਕਦੇ ਹੋ। ਮੈਂ ਕਹਿੰਦਾ ਹਾਂ ਵੀ ਤੁਸੀਂ ਦੋਵਾਂ 'ਤੇ ਬੈਠ ਹੀ ਨਹੀਂ ਸਕਦੇ। ਇਹ ਪੱਕੀ ਗੱਲ ਹੈ। ਤਾਲਮੇਲ ਹੀ ਨਹੀਂ ਬੈਠੇਗਾ। ਬੈਠਣਾ ਹੀ ਕਿਤੇ ਪਵੇਗਾ ਅਤੇ ਬਾਕੀ ਸਾਰਿਆਂ ਨੂੰ ਛੱਡਣਾ ਪਵੇਗਾ। ਸੰਸਾਰ ਨੂੰ ਤਾਂ ਛੱਡਣਾ ਹੀ ਹੈ। ਧਿਆਨ ਹਟਾਉਣਾ ਹੈ। ਸਿਰਫ ਤੁਸੀਂ ਯਾਦ ਕਰ ਰਹੇ ਹੋ, ਹਟਾ ਨਹੀਂ ਰਹੇ ਹੋ। ਫਿਰ ਗੱਲ ਖਿਆਲ ਵਿੱਚ ਰੱਖੋ। ਬੌਧਿਕ ਤਲ 'ਤੇ ਨਾ ਸਮਝੋ। ਤੁਹਾਡੀ ਬੁੱਧੀ ਤੀਖਣ ਹੋ ਜਾਵੇਗੀ। ਤੁਸੀਂ ਗਿਆਨੀ ਪੰਡਤ ਬਣ ਬੈਠੋਗੇ ਅਤੇ ਆਪ ਡੁੱਬੋਗੇ। ਕਿਆ ਹੈ ਨਾ, ਆਪ ਡੁੱਬੇ ਚਾਹੋ ਵੇਦ ਮੇ ਚੇਲੇ ਦੀਏ ਬਹਾਏ। ਆਪ ਤਾਂ ਗਿਆਨ ਦੇ ਵਿੱਚ ਡੁੱਬੋਗੇ, ਦੂਜਿਆਂ ਨੂੰ ਗਿਆਨ ਦੇ ਵਿੱਚ ਡੁਬੋਗੇ। ਅਤੇ ਗਿਆਨ ਨਾ ਬਣਾਓ ਬੌਧਿਕ। ਇਹਨੂੰ ਕਰੋ। ਹੌਲੀ ਹੌਲੀ ਧਿਆਨ ਨੂੰ ਹਟਾਓ। ਪਹਿਲਾਂ ਸਮਾਜ ਵੱਲੋਂ ਹਟਾਓ, ਰੋ ਰੀਤੀਆਂ ਸਾਰੀਆਂ ਵੱਲੋਂ ਹਟਾਓ। ਹੁਣ ਤੁਸੀਂ ਮੇਲ ਜੋਲ ਘੱਟ ਕਰ ਸਕਦੇ ਹੋ ਆਪਣਿਆਂ ਨਾਲ, ਉਹ ਹੈ ਅਮਲ। ਮੇਲ ਜੋਲ ਘੱਟ ਕਰੋ, ਟੈਲੀਫੋਨ ਬੰਦ ਕਰੋ। ਫਿਰ ਤੁਹਾਨੂੰ ਪਤਾ ਲੱਗੇਗਾ ਨਾ ਵੀ ਧਿਆਨ ਹਟਾਉਣ ਦਾ ਫਲ ਕੀ ਮਿਲਦਾ ਹੈ। ਸਮਾਜ ਫਲ ਵੀ ਦੇਵੇਗਾ ਤੁਹਾਨੂੰ। ਅਗਰ ਤੁਸੀਂ ਕਿਸੇ ਨਾਲ ਗੱਲ ਨਾ ਕਰੋਗੇ ਤਾਂ ਨਾਰਾਜ਼ ਹੋਣਗੇ ਲੋਕ, ਅਤੇ ਨਾਰਾਜ਼ ਹੋਣਗੇ ਤਾਂ ਤੁਹਾਨੂੰ ਲਾਭ ਹੋਵੇਗਾ, ਤਾਂ ਤੁਹਾਡਾ ਛੁਟਕਾਰਾ ਹੋਵੇਗਾ ਲੋਕਾਂ ਕੋਲ। ਲੋਕ ਨਾਰਾਜ਼ ਹੀ ਨਾ ਹੋਣਗੇ ਤਾਂ ਤੁਹਾਡਾ ਛੁਟਕਾਰਾ ਨਹੀਂ ਹੋਵੇਗਾ। ਇਸੇ ਕਰਕੇ ਤੁਸੀਂ ਨਾਰਾਜ਼ ਕਰਨਾ ਵੀ ਨਹੀਂ ਚਾਹੁੰਦੇ ਹੋ। ਨਾ ਪਰਿਵਾਰ ਦੇ ਮੈਂਬਰਾਂ ਨੂੰ ਨਾਰਾਜ਼ ਕਰਨਾ ਚਾਹੁੰਦੇ ਹੋ, ਨਾ ਧਾਰਮਿਕ ਲੋਕਾਂ ਨੂੰ। ਚਾਪਲੂਸੀ ਕਰਦੇ ਰਹਿੰਦੇ ਹੋ। ਨਾ ਚਾਹੁੰਦੇ ਹੋਏ ਵੀ ਸਾਰਾ ਕੁਛ ਕਰੀ ਜਾਂਦੇ ਹੋ। ਧਾਰਮਿਕ ਕਰਮ ਕਾਂਡ ਵੀ, ਪਰਿਵਾਰਿਕ ਵੀ ਮਜਬੂਰੀ ਨਾਲ ਤੁਹਾਨੂੰ ਕਰਨੇ ਪੈਂਦੇ। ਮੋਹ ਤੇ ਛੱਡੋ, ਧਿਆਨ ਹਟਾਓ। ਇਹੋ ਹੀ ਸਾਧਨਾ ਹੈ। ਗ੍ਰਸਤ 'ਚ ਰਹਿੰਦਿਆਂ ਹੋਇਆਂ ਆਪਣਿਆਂ ਨਾਲੋਂ ਸੰਬੰਧ ਤੋੜਨੇ ਹਨ। ਇਹੋ ਹੀ ਸਾਧਨਾ ਹੈ। ਇਹ ਕਠਿਨ ਹੈ। ਖਿਆਲ ਵਿੱਚ ਰੱਖਿਓ। ਗ੍ਰਸਤ ਦੇ ਵਿੱਚ ਰਹਿ ਕੇ ਸਾਰਿਆਂ ਨਾਲੋਂ ਟੁੱਟਣਗੇ ਸੰਬੰਧ। ਤਾਂ ਤੁਸੀਂ ਅੰਤਰਮੁਖ ਹੋਵੋਗੇ ਨਾ, ਨਹੀਂ ਤਾਂ ਬਾਅਦ 'ਚ ਤੜਫੋਗੇ। ਬਿਮਾਰੀਆਂ ਵੀ ਲੱਭਣਗੀਆਂ, ਮੌਤ ਵੀ ਆਵੇਗੀ। ਫਿਰ ਕਈ ਵਾਰ ਬਿਮਾਰੀ ਲੱਗਦੀ ਹੈ ਨਾ ਇਹੋ ਜਿਹੀ, ਅਤੇ ਆਦਮੀ ਦਾ ਸਾਰਾ ਗਿਆਨ ਧਿਆਨ ਭੁਲਾ ਦਿੰਦੀ ਹੈ। ਫਿਰ ਤੁਸੀਂ ਲੱਖ ਪੰਕਤੀਆਂ ਯਾਦ ਕਰੋ, ਕੋਸ਼ਿਸ਼ ਕਰੋ, ਸਮਝਾਓ, ਨਹੀਂ ਮਨ ਮੰਨਦਾ ਹੈ। ਇਸੇ ਕਰਕੇ ਮੈਂ ਕਹਿੰਦਾ ਹਾਂ ਵੀ ਹੁਣ ਵਕਤ ਹੈ ਤੁਹਾਡੇ ਕੋਲ। ਹੁਣ ਹੌਲੀ ਹੌਲੀ ਧਿਆਨ ਬਾਹਰੋਂ ਹਟਾਓ, ਅੰਦਰ ਲਿਵ ਲਾਓ। ਅਤੇ ਅੰਦਰ ਲਿਵ ਲਾਉਣ ਵਾਸਤੇ ਅਤੇ ਕੋਸ਼ਿਸ਼ ਕਰੋ। ਟੈਲੀਫੋਨ ਪਹਿਲਾਂ ਸਾਰੇ ਬੰਦ ਕਰ ਲਓ। ਇਹ ਸਾਰਿਆਂ ਨੂੰ ਵੱਡੀ ਤੁਹਾਡੀ ਕੋਸ਼ਿਸ਼ ਹੋਵੇਗੀ। ਕਿਸੇ ਨੂੰ ਕਰੋ ਹੀ ਨਾ ਫੋਨ। ਮੈਂ ਤਾਂ ਹੈਰਾਨ ਮੰਨਦਾ ਹਾਂ, ਲੋਕ 24 ਘੰਟੇ ਟੈਲੀਫੋਨ ਖੁੱਲ੍ਹਾ ਰੱਖਦੇ ਹਨ। ਰਾਤ ਨੂੰ ਦੱਸੋ ਇੰਨੇ ਜੁੜ ਗਏ। ਫਿਰ ਆਪਣਿਆਂ ਦਾ ਜਿਨ੍ਹਾਂ ਦਾ ਤੁਸੀਂ ਬਹੁਤਾ ਖਿਆਲ ਰੱਖਦੇ ਹੋ, ਖਿਆਲ ਨਾ ਰੱਖੋ, ਹਾਲ ਚਾਲ ਨਾ ਪੁੱਛੋ। ਹੌਲੀ ਹੌਲੀ ਹਟਾਓ। ਭਲਾ ਤੁਹਾਨੂੰ ਪਤਾ ਲੱਗੂਗਾ ਨਾ। ਤੁਸੀਂ ਹਟਾਇਆ ਅਤੇ ਉਹਨਾਂ ਦੀ ਨਾਰਾਜ਼ਗੀ ਫਿਰ ਤੁਹਾਨੂੰ ਜ਼ਾਹਰ ਹੋਊਗੀ, ਅਤੇ ਜ਼ਿਆਦਾ ਵਧੀਆ ਹੋਵੇਗਾ। ਧਾਰਮਿਕ ਲੋਕਾਂ ਵੱਲੋਂ ਵੀ ਹਟਾਓ। ਕਰਮ ਕਰੋ ਹੀ ਨਾ, ਉਹ ਵੇਖੀ ਕਿੱਡੀ ਛੇਤੀ ਨਾਰਾਜ਼ ਹੁੰਦੇ। ਜਾਂ ਧਰਮ ਦੇ ਉਲਟ ਕਰਮ ਕਰੋ, ਕੋਈ ਹੋਰ ਜ਼ਿਆਦਾ ਨਾਰਾਜ਼ ਹੋਣਗੇ, ਤੁਹਾਨੂੰ ਕੱਢ ਕੇ ਬਾਹਰ ਮਾਰਨਗੇ। ਫਿਰ ਲਾਭ ਹੋਊਗਾ।
ਤੇ ਸਿਰਫ ਯਾਦ ਕਰਨ ਵਾਸਤੇ ਥੋੜ੍ਹੀ ਕਿਹਾ ਹੈ ਵੀ ਜੋ ਯਾਦ ਕਰੀ ਜਾਓ। ਧਰਮ ਨਹੀਂ ਜਾਂਦਾ ਹੈ, ਜੇ ਘਰ ਵਾਲੀ ਨਹੀਂ ਜਾਂਦੀ ਹੈ, ਪਰਿਵਾਰ ਨਹੀਂ ਜਾਂਦਾ, ਕਹਿਣ ਨਾਲ ਥੋੜ੍ਹੀ ਹੋਵੇਗਾ। ਸੁਰਤ ਦੇ ਵਿੱਚ ਤੇ ਤੁਹਾਡੀ ਚੱਲ ਹੀ ਰਿਹਾ ਸਾਰਾ ਕੁਝ, ਸੁਰਤ 'ਚੋਂ ਕੱਢਣਾ ਹੈ, ਵਿਚਾਰ ਦੇ ਤਲ ਤੋਂ ਭੁੱਲਣਾ ਹੈ। ਖਿਆਲ ਵਿੱਚ ਰੱਖੋ, ਇਹ ਸਿਰਫ ਗੱਲਾਂ ਹੀ ਨਹੀਂ ਕਰਨੀਆਂ ਹਨ, ਸੋਚਣਾ ਨਹੀਂ ਹੈ, ਕਰਨਾ ਹੈ ਤੇ ਕਰੋ। ਹੌਲੀ ਹੌਲੀ ਸੰਬੰਧ ਤੋੜੋ ਸੰਸਾਰ ਨਾਲੋਂ, ਸਮਾਜ ਨਾਲੋਂ, ਧਰਮ ਨਾਲੋਂ। ਟੋਟਲ ਧਿਆਨ ਜਿਹਨੂੰ ਹਟੂਗਾ, ਫਿਰ ਪਿੱਛੇ ਨਾਲੋਂ ਧਿਆਨ ਹਟੂਗਾ, ਪਿਛਲਾ ਛੱਡੋ ਬਿਲਕੁਲ ਹੀ। ਅੱਜ ਤੋਂ ਪਿੱਛੇ ਸਾਰਾ ਹੀ ਅਪਡੇਟ ਦੇਖੋ, ਫਿਰ ਹੋ ਗਏ ਨਾ ਸ਼ੁੱਧ, ਸਾਫ਼ ਹੋ ਜਾਓਗੇ ਨਾ। ਜੋ ਸਾਫ਼ ਹੀ ਹੋ ਗਿਆ ਪਿਛਲਾ, ਤਾਂ ਫਿਰ ਕੀ ਰਹਿ ਗਿਆ? ਅਤੇ ਅਗਲਾ ਖਿਆਲ ਵਿੱਚ ਹੀ ਨਹੀਂ ਕਰਨਾ ਹੈ, ਕਿਉਂਕਿ ਜੋ ਆਊਗਾ ਸੋ ਆਊਗਾ। ਰਜਾ ਦੇ ਵਿੱਚ ਰਹਿਣਾ ਹੈ, ਇਹੋ ਕਿਹਾ ਹੈ ਨਾ ਵੀ ਅਗਲਾ ਚੇਤੇ ਨਹੀਂ ਕਰਨਾ ਅਤੇ ਪਿਛਲਾ ਵੀ ਛੱਡਣਾ ਹੈ। ਅਤੇ ਵਾਸਤਵਿਕ ਦੇ ਵਿੱਚ ਤੁਸੀਂ ਹੁਣ ਜਦੋਂ ਸਨਮੁਖ ਹੋਵੋਗੇ ਨਾ, ਸੁਣੋਗੇ, ਫਿਰ ਹੀ ਤੁਸੀਂ ਗੁਰਮੁਖ ਹੋ ਸਕਦੇ ਹੋ। ਇਹ ਗੱਲ ਖਿਆਲ ਵਿੱਚ ਰੱਖਿਓ। ਅਗਰ ਤੁਸੀਂ ਸਨਮੁਖ ਨਹੀਂ ਹੋ, ਫਿਰ ਤੁਸੀਂ ਗੁਰਮੁਖ ਨਹੀਂ ਹੋ ਸਕਦੇ।